ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਜਮੇਰ ਸਿੰਘ ਜੀ ਦੀ ਰਚਨਾ 20ਵੀਂ ਸਦੀ ਦੀ ਸਿੱਖ ਰਾਜਨੀਤੀ ਭਾਗ 52। ਅਕਾਲੀ ਲੀਡਰਸ਼ਿਪ ਨੇ ਸਿੱਖ ਕੌਮ ਦੇ ਵੱਡੇ ਹਿੱਸਿਆਂ ਨੂੰ ਧਰਮ ਯੁੱਧ ਮੋਰਚੇ ਦੇ ਹੱਕ ਵਿੱਚ ਨਿਰਣਾਇਕ ਤੌਰ ਤੇ ਲਾਮਬੰਦ ਕਰ ਲੈਣ 'ਚ ਕੋਈ ਕਮੀ ਪੇਸ਼ੀ ਨਹੀਂ ਸੀ ਰਹਿਣ ਦਿੱਤੀ, ਪਰੰਤੂ ਜਨਤਕ ਸੰਘਰਸ਼ ਦੁਆਰਾ ਕੋਈ ਠੋਸ ਨਤੀਜੇ ਨਾ ਕੱਢ ਸਕਣ ਦੀ ਨਾਗਵਾਰ ਹਕੀਕਤ ਅੰਦਰੂਨੀ ਲੜਾਈ ਅੰਦਰ ਅਕਾਲੀ ਲੀਡਰਸ਼ਿਪ ਦਾ ਕੋਈ ਫੌ ਨਹੀਂ ਸੀ ਪੈਣ ਦੇ ਰਹੀ। ਉਤੋਂ ਹਾਕਮਾਂ ਦੁਆਰਾ ਸਿੱਖ ਕੌਮ ਦੇ ਪੁਰ ਅਮਨ ਸੰਘਰਸ਼ ਪ੍ਰਤੀ ਧਾਰਨ ਕੀਤਾ ਜਾਬਰ ਵਤੀਰਾ ਅਕਾਲੀ ਲੀਡਰਸ਼ਿਪ ਦੀਆਂ ਰਾਜਸੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਵਿੱਚ ਹੋਰ ਵਾਧਾ ਕਰ ਰਿਹਾ ਸੀ। ਇਸ ਨਾਲ ਸਿੱਖ ਸੰਘਰਸ਼ ਅੰਦਰ ਖਾੜਕੂ ਧਾਰਾ ਦਾ ਲਗਾਤਾਰ ਅਤੇ ਤੇਜ਼ੀ ਨਾਲ ਜ਼ੋਰ ਚੜ੍ਹਦਾ ਗਿਆ। 4 ਅਪ੍ਰੈਲ ਨੂੰ ਸਰਕਾਰੀ ਹਥਿਆਰਬੰਦ ਬਲਾਂ ਦੁਆਰਾ ਪੂਰੀ ਤਰ੍ਹਾਂ ਨਿਹੱਥੇ ਤੇ ਪੁਰ ਅਮਨ ਸਿੱਖ ਅੰਦੋਲਨਕਾਰੀਆਂ ਨੂੰ ਬਿਨਾਂ ਵਜ੍ਹਾ ਗੋਲੀਆਂ ਨਾਲ ਭੁੰਨ ਸੁੱਟਣ ਦੀ ਵਹਿਸ਼ੀ ਕਾਰਵਾਈ ਨੇ ਅਕਾਲੀ ਦਲ ਦੇ ਕੱਟੜ ਸਮਰਥਕਾਂ ਦਾ ਵੀ ਪੁਰ ਅਮਨ ਜਦੋਜਹਿਦ ਵਿੱਚ ਵਿਸ਼ਵਾਸ ਡੁਲਾ ਦਿੱਤਾ। ਨਤੀਜੇ ਵਜੋਂ ਅਕਾਲੀ ਸਭਾ ਦੇ ਪੂਰ ਅਕਾਲੀ ਲੀਡਰਸ਼ਿਪ ਤੋਂ ਬੇਮੁਖ ਹੋ ਕੇ ਸੰਤ ਭਿੰਡਰਾਂਵਾਲੇ ਦੇ ਕੈਂਪ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਇਸੇ ਦੌਰਾਨ ਪੰਜਾਬ ਦੇ ਉੱਤਰੀ ਭਾਰਤ ਦੇ ਕੁਝ ਹੋਰਨਾਂ ਥਾਵਾਂ ਉੱਤੇ ਹਿੰਦੂ ਕੱਟੜਪੰਥੀ ਤਾਕਤਾਂ ਨੇ ਵੱਧ ਹਮਲਾਵਰ ਰੁਖ ਅਖਤਿਆਰ ਕਰਦੇ ਹੋਏ ਆਪਣੀਆਂ ਸਿੱਖ ਵਿਰੋਧੀ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਪੰਜਾਬ ਦੇ ਭਾਰੂ ਹਿੰਦੂ ਵਸੋਂ ਵਾਲੇ ਸ਼ਹਿਰੀ ਖੇਤਰ ਹਿੰਦੂ ਕੱਟੜਪੰਥੀ ਤਾਕਤਾਂ ਦੀਆਂ ਫਿਰਕੂ ਸਰਗਰਮੀਆਂ ਦੇ ਕੇਂਦਰ ਬਣ ਕੇ ਉੱਭਰ ਆਏ। ਅੰਮ੍ਰਿਤਸਰ ਦਾ ਦੁਰਗਿਆਨਾ ਮੰਦਿਰ, ਜਲੰਧਰ ਦਾ ਦੇਵੀ ਤਲਾਬ ਮੰਦਿਰ ਅਤੇ ਲੁਧਿਆਣਾ ਦਾ ਸ਼ਿਵ ਮੰਦਿਰ ਹਿੰਦੂ ਫਿਰਕੂ ਜਥੇਬੰਦੀਆਂ ਦੇ ਸਦਰ ਦਫ਼ਤਰ ਬਣ ਗਏ ਅਤੇ ਇਹਨਾਂ ਥਾਵਾਂ ਉੱਤੇ ਹੋਣ ਵਾਲੇ ਹਿੰਦੂ ਸਮਾਗਮਾਂ ਉੱਤੇ ਖਰਵਾ ਫਿਰਕੂ ਅੰਦਾਜ਼ ਹਾਵੀ ਹੋਣ ਲੱਗਾ। ਪਟਿਆਲੇ ਵਿਖੇ 1983 ਦੀ ਰਾਮਨੌਮੀ ਵਾਲੇ ਦਿਨ ਹਿੰਦੂ ਸੁਰੱਖਿਆ ਸਮਿਤੀ ਦੁਆਰਾ ਕੱਢੇ ਗਏ ਜਲੂਸ ਨੇ ਨੰਗਾ ਸਿੱਖ ਵਿਰੋਧੀ ਫਿਰਕੂ ਰੁਖ ਅਖਤਿਆਰ ਕਰ ਲਿਆ। ਜਲੂਸ ਵਿੱਚ ਸ਼ਾਮਲ ਖਰੂਦੀ ਤੱਤਾਂ ਨੇ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗਾਂ ਲਾ ਦਿੱਤੀਆਂ ਅਤੇ 2 ਰਾਹਗੀਰ ਸਿੱਖਾਂ ਨੂੰ ਜਾਨੋਂ ਮਾਰ ਸੁੱਟਿਆ। ਮੋੜਵੇਂ ਰੂਪ ਵਿੱਚ ਸਿੱਖਾਂ ਨੇ ਵੀ ਕੁਝ ਹਿੰਦੂ ਦੁਕਾਨਾਂ ਨੂੰ ਅੱਗ ਲਾ ਦਿੱਤੀ। ਥੋੜੇ ਹੀ ਦਿਨਾਂ ਦੇ ਵਕਫੇ ਬਾਅਦ ਪਟਿਆਲੇ ਵਿਖੇ ਹਿੰਦੂਆਂ ਤੇ ਸਿੱਖਾਂ ਵਿਚਕਾਰ ਫਿਰ ਵੱਡਾ ਫਸਾਦ ਖੜਾ ਹੋ ਗਿਆ। 2 ਮਈ ਨੂੰ ਜਦ ਸਿੱਖ ਸੰਗਤਾਂ ਦੁਆਰਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਹਿਰ ਦੇ ਸਾਰੇ ਵੱਡੇ ਬਾਜ਼ਾਰਾਂ ਵਿੱਚ ਲਾਊਡ ਸਪੀਕਰ ਲਾ ਕੇ ਇਲਾਹੀ ਗੁਰਬਾਣੀ ਦਾ ਕੀਰਤਨ ਸੰਚਾਰ ਕੀਤਾ ਜਾ ਰਿਹਾ ਸੀ ਤਾਂ ਅਦਾਲਤ ਬਾਜ਼ਾਰ ਦੇ ਇੱਕ ਹਿੰਦੂ ਦੁਕਾਨਦਾਰ ਨੇ ਫਿਰਕੂ ਤੁਸਬ ਅਧੀਨ ਲਾਊਡ ਸਪੀਕਰ ਦੀਆਂ ਤਾਰਾਂ ਕੱਟ ਦੇਣ ਦੀ ਹਿਮਾਕਤ ਕਰ ਮਾਰੀ। ਇਸ ਉੱਤੇ ਰੋਹ 'ਚ ਆਏ ਸਿੱਖ ਨੌਜਵਾਨਾਂ ਨੇ ਇੱਕ ਹਿੰਦੂ ਦੁਕਾਨ ਨੂੰ ਅੱਗ ਲਾ ਦਿੱਤੀ। ਇਸ ਨਾਲ ਦੋਨਾਂ ਧਾਰਮਿਕ ਵਰਗਾਂ ਵੱਲੋਂ ਇੱਕ ਦੂਜੇ ਉੱਤੇ ਹਮਲੇ ਕਰਨ ਤੇ ਇੱਕ ਦੂਜੇ ਦੀਆਂ ਦੁਕਾਨਾਂ ਸਾੜਨ ਦਾ ਸਿਲਸਿਲਾ ਮਗ ਤੁਰਿਆ। ਇਹ ਫਿਰਕੂ ਉਬਾਲ ਲਗਭਗ ਹਫ਼ਤਾ ਭਰ ਜਾਰੀ ਰਿਹਾ। 5 ਮਈ ਨੂੰ ਦੰਗੇ ਕਰ ਰਹੀਆਂ ਹਿੰਦੂ ਭੀੜਾਂ ਉੱਤੇ ਪੁਲਿਸ ਦੁਆਰਾ ਗੋਲੀ ਚਲਾ ਦੇਣ ਨਾਲ ਇੱਕ ਹਿੰਦੂ ਨੌਜਵਾਨ ਦੀ ਮੌਤ ਹੋ ਗਈ। ਇਸ ਤੇ ਖਫਾ ਹੋਏ ਹਿੰਦੂ ਕੱਟੜਵਾਦੀ ਸੰਗਠਨਾਂ ਨੇ ਪੰਜਾਬ ਪੁਲਿਸ ਉੱਤੇ ਫਿਰਕੂ ਪੱਖਪਾਤ ਕਰਨ ਦੇ ਖੁੱਲ੍ਹਮ ਖੁੱਲ੍ਹੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਰਾਜ ਅੰਦਰ ਪੰਜਾਬ ਪੁਲਿਸ ਨੂੰ ਹਟਾ ਕੇ CRP ਤਾਇਨਾਤ ਕਰਨ ਦੀ ਫਿਰਕੂ ਮੰਗ ਉੱਤੇ ਹੋਰ ਵੱਧ ਦੱਬ ਦੇ ਦਿੱਤੀ। ਘਟਨਾਵਾਂ ਦੇ ਇਸ ਰੁਖ ਤੋਂ ਇਹ ਅਨੁਮਾਨ ਲਾਉਣਾ ਔਖਾ ਨਹੀਂ ਸੀ ਰਿਹਾ ਕਿ ਪੰਜਾਬ ਅੰਦਰ ਸਿੱਖਾਂ ਤੇ ਹਿੰਦੂਆਂ ਵਿਚਕਾਰ ਨਾ ਸਿਰਫ ਡੂੰਘੀ ਰਾਜਨੀਤਿਕ ਦਰਾੜ ਪੈਦਾ ਹੋ ਚੁੱਕੀ ਸੀ, ਸਗੋਂ ਮਨੋਵਿਗਿਆਨਕ ਪੱਧਰ ਤੇ ਵੀ ਦੋਨਾਂ ਵਰਗਾਂ ਵਿਚਕਾਰ ਇੱਕ ਗਹਿਰਾ ਪਾਟਕ ਪੈ ਗਿਆ, ਜਿਸ ਵਿੱਚ ਹਰ ਲੰਘਦੇ ਦਿਨ ਨਫ਼ਰਤ ਤੇ ਦੁਸ਼ਮਣੀ ਦੇ ਨਵੇਂ ਰੰਗ ਘੁਲਦੇ ਜਾ ਰਹੇ ਸਨ। ਇਹ ਹਾਲਤ ਹੋਰ ਕਿਸੇ ਵੀ ਵਰਗ ਦੀ ਤੁਲਨਾ ਵਿੱਚ ਅਕਾਲੀ ਲੀਡਰਸ਼ਿਪ ਲਈ ਸਭ ਤੋਂ ਵੱਧ ਖਤਰਨਾਕ
ਤੇ ਨੁਕਸਾਨਦੇਹ ਸਾਬਤ ਹੋ ਰਹੀ ਸੀ। 60ਵਿਆਂ 'ਚ ਮਾਸਟਰ ਤਾਰਾ ਸਿੰਘ ਨੂੰ ਲਾਂਭੇ ਕਰਕੇ ਸੰਤ ਫਤਿਹ ਸਿੰਘ ਦੀ ਅਗਵਾਈ ਹੇਠ ਜੋ ਨਵੀਂ ਅਕਾਲੀ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਈ, ਉਸਨੇ ਆਪਣੇ ਆਪ ਨੂੰ ਅਫਿਰਕੂ ਸਾਬਤ ਕਰਨ ਤੇ ਪੂਰਾ ਤਾਣ ਲਾ ਦਿੱਤਾ ਹੋਇਆ ਸੀ। ਪੰਜਾਬ ਅੰਦਰ ਸਿੱਖ ਤੇ ਹਿੰਦੂ ਭਾਈਚਾਰੇ ਵਿਚਕਾਰ ਫਿਰਕੂ ਸਾਂਝ ਤੇ ਇੱਕ ਸੁਰਤਾ ਕਾਇਮ ਕਰਨੀ ਅਤੇ ਬਣਾਈ ਰੱਖਣੀ ਇਸ ਨਵੀਂ ਅਕਾਲੀ ਲੀਡਰਸ਼ਿਪ ਦਾ ਲਗਭਗ 2 ਦਹਾਕਿਆਂ ਤੋਂ ਪ੍ਰਮੁੱਖ ਰਾਜਨੀਤਿਕ ਸਰੋਕਾਰ ਬਣਿਆ ਆ ਰਿਹਾ ਸੀ। ਇਹ ਸਿਧਾਂਤਕ ਪੈਂਤੜਾ ਇਸ ਅਕਾਲੀ ਲੀਡਰਸ਼ਿਪ ਦੀ ਵਿਚਾਰਧਾਰਕ ਤਾਸੀਰ ਦੇ ਵੀ ਅਨੁਕੂਲ ਸੀ ਅਤੇ ਉਸ ਦੇ ਰਾਜਸੀ ਹਿੱਤਾਂ ਦੀ ਵੀ ਪੂਰਤੀ ਕਰਦਾ ਸੀ। ਇਸ ਕਰਕੇ ਪੰਜਾਬ ਅੰਦਰ ਹਿੰਦੂਆਂ ਤੇ ਸਿੱਖਾਂ ਵਿਚਕਾਰ ਪੈਦਾ ਹੋ ਰਹੀ ਫਿਰਕੂ ਨਫ਼ਰਤ ਅਕਾਲੀ ਲੀਡਰਸ਼ਿਪ ਲਈ ਆਫਤ ਦੇ ਸੁਨੇਹੇ ਤੋਂ ਘੱਟ ਨਹੀਂ ਸੀ। ਇਸ ਨਾਲ ਉਸ ਲਈ ਵੱਡੇ ਰਾਜਨੀਤਿਕ ਪੁਆੜੇ ਤੇ ਬਖੇੜੇ ਖੜੇ ਹੋ ਰਹੇ ਸਨ। ਪਰ ਇਸ ਦੇ ਠੀਕ ਉਲਟ ਇਹੀ ਹਾਲਤ ਸਿੱਖ ਸੰਘਰਸ਼ ਅੰਦਰਲੀ ਗਰਮ ਖਿਆਲੀ ਧਾਰਾ ਲਈ ਬਹੁਤ ਹੀ ਮੁਆਫਕ ਸਾਬਤ ਹੋ ਰਹੀ ਸੀ। ਇਸ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਲਈ ਸਿੱਖ ਕੌਮ ਨੂੰ ਉਸ ਦੇ ਦੁਸ਼ਮਣ ਦੀ ਸਹੀ ਪਛਾਣ ਕਰਾਉਣ ਅਤੇ ਸੰਘਰਸ਼ ਦੀ ਧਾਰ ਨੂੰ ਉਹਨਾਂ ਦੁਆਰਾ ਟਿੱਕੇ ਚੋਟ ਨਿਸ਼ਾਨੇ ਉੱਤੇ ਸੇਧੀ ਰੱਖਣ ਦਾ ਕਾਰਜ ਆਸਾਨ ਹੋ ਰਿਹਾ ਸੀ। ਇਸ ਹਾਲਤ ਦਾ ਹੋਰ ਜ਼ਿਆਦਾ ਚਿਰ ਇਸੇ ਤਰ੍ਹਾਂ ਜਾਰੀ ਰਹਿਣਾ ਅਕਾਲੀ ਲੀਡਰਸ਼ਿਪ ਦੇ ਰਾਜਸੀ ਹਿੱਤਾਂ ਵਿੱਚ ਨਹੀਂ ਸੀ। ਉਸ ਦੇ ਪੈਰਾਂ ਹੇਠੋਂ ਆਏ ਦਿਨ ਜ਼ਮੀਨ ਖਿਸਕਦੀ ਜਾ ਰਹੀ ਸੀ। ਉਸ ਦੀ ਇੱਛਾ ਦੇ ਉਲਟ ਸਿੱਖ ਕੌਮ ਤੇ ਭਾਰਤੀ ਹਾਕਮਾਂ ਵਿਚਕਾਰ ਟਕਰਾਓ ਲਗਾਤਾਰ ਤਿੱਖਾ ਹੋਈ ਜਾ ਰਿਹਾ ਸੀ, ਜਿਸ ਦੇ ਨਤੀਜੇ ਵਜੋਂ ਸਿੱਖ ਕੌਮ ਅੰਦਰ ਖਾੜਕੂ ਵਿਚਾਰਧਾਰਾ ਨੂੰ ਵਿਆਪਕ ਪੈਮਾਨੇ ਤੇ ਪ੍ਰਵਾਨਗੀ ਹਾਸਲ ਹੋ ਰਹੀ ਸੀ। ਅਕਾਲੀ ਲੀਡਰਸ਼ਿਪ ਦੇ ਨਰਮਪੰਥੀ ਵਤੀਰੇ ਤੇ ਦੱਬੂ ਸੁਭਾਅ ਦੇ ਉਲਟ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੁਆਰਾ ਹਿੰਦੂ ਹਾਕਮਾਂ ਪ੍ਰਤੀ ਧਾਰਨ ਕੀਤਾ ਵਧੇਰੇ ਕਰਾਰਾ ਤੇ ਧੜੱਲੇ ਭਰਿਆ ਪੈਂਤੜਾ ਸਿੱਖ ਕੌਮ ਅੰਦਰਲੇ ਜੁਝਾਰੂ ਮਾਧੇ ਨੂੰ ਵਿਸ਼ੇਸ਼ ਤੌਰ ਤੇ ਧੂ ਪਾ ਰਿਹਾ ਸੀ ਅਤੇ ਇਹ ਵਰਗ ਸੰਤ ਭਿੰਡਰਾਂਵਾਲੇ ਦਾ ਦੀਵਾਨਾ ਹੋ ਤੁਰਿਆ ਸੀ। ਇਹ ਹਾਲਤ ਨਿਰਾ ਅਕਾਲੀ ਲੀਡਰਸ਼ਿਪ ਨੂੰ ਹੀ ਪਰੇਸ਼ਾਨ ਨਹੀਂ ਸੀ ਕਰ ਰਹੀ। ਇਸ ਨਾਲ ਸਿੱਖ ਕੌਮ ਅੰਦਰਲੇ ਪਤਵੰਤੇ ਵਰਗਾਂ, ਖਾਸ ਕਰਕੇ ਦਿੱਲੀ 'ਚ ਵਸਦੇ ਸਿੱਖ ਭਾਈਚਾਰੇ ਦੀਆਂ ਕੁਲੀਨ ਪਰਤਾਂ ਅੰਦਰ ਵੀ ਬਰਾਬਰ ਚਿੰਤਾ ਤੇ ਘਬਰਾਹਟ ਪੈਦਾ ਹੋ ਰਹੀ ਸੀ। ਇਹ ਵਰਗ ਅਕਾਲੀ ਲੀਡਰਸ਼ਿਪ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗਰਮ ਖਿਆਲੀ ਵਿਚਾਰਧਾਰਾ ਨਾਲੋਂ ਤਿੱਖਾ ਤੇ ਦੋ ਟੁਕ ਨਖੇੜਾ ਕਰਕੇ ਚੱਲਣ ਅਤੇ ਕੋਈ ਵੀ ਗਰਮ ਮਿਜਾਜ ਪੈਂਤੜਾ ਅਪਣਾਉਣ ਤੋਂ ਸਖਤੀ ਨਾਲ ਗੁਰੇਜ਼ ਕਰਨ ਲਈ ਜ਼ੋਰਦਾਰ ਦਬਾਅ ਪਾ ਰਿਹਾ ਸੀ ਅਤੇ ਅਕਾਲੀ ਲੀਡਰਸ਼ਿਪ ਦੇ ਅੰਦਰ ਅਜਿਹਾ ਦਬਾਅ ਕਬੂਲ ਕਰਨ ਵਾਲੇ ਤੱਤਾਂ ਦੀ ਕਮੀ ਨਹੀਂ ਸੀ। ਕੁਲਦੀਪ ਨਈਅਰ ਮੁਤਾਬਕ ਜੁਲਾਈ 1982 ਵਿੱਚ ਦਿੱਲੀ ਦੀ ਇੱਕ ਪ੍ਰਭਾਵਸ਼ਾਲੀ ਸਿੱਖ ਹਸਤੀ ਸਰਦਾਰ ਰਜਿੰਦਰ ਸਿੰਘ ਭਾਟੀਆ, ਜੋ ਸਚਿੱਤਰ ਕੌਮੀ ਏਕਤਾ ਨਾਮ ਦੇ ਮਾਸਿਕ ਰਸਾਲੇ ਦਾ ਮਾਲਕ ਜਾਂ ਸੰਪਾਦਕ ਸੀ, ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਉਚੇਚੀਆਂ ਮੁਲਾਕਾਤਾਂ ਕਰਕੇ ਉਹਨਾਂ ਨੂੰ ਸੰਤ ਭਿੰਡਰਾਂਵਾਲੇ ਵੱਲੋਂ ਐਲਾਨੇ ਮੋਰਚੇ ਦੀ ਹਮਾਇਤ ਵਿੱਚ ਆਉਣ ਤੋਂ ਵਰਜਣ ਲਈ ਪੂਰੀ ਵਾਹ ਲਾਈ। ਕੁਝ ਵਸੋਂ ਬਾਹਰੇ ਕਾਰਨਾਂ ਕਰਕੇ ਸੰਤ ਲੌਂਗੋਵਾਲ ਤੇ ਸਰਦਾਰ ਬਾਦਲ ਚਾਹੁੰਦੇ ਹੋਇਆਂ ਵੀ ਰਜਿੰਦਰ ਸਿੰਘ ਭਾਟੀਆ ਦੀ ਮਨੋਕਾਮਨਾ ਪੂਰੀ ਨਾ ਕਰ ਸਕੇ। ਧਰਮ ਯੁੱਧ ਮੋਰਚਾ ਚਾਲੂ ਹੋ ਜਾਣ ਤੋਂ ਬਾਅਦ ਵੀ ਦਿੱਲੀ ਦੇ ਕੁਝ ਮੁਹਤਬਰ ਪੰਜਾਬੀਆਂ, ਜਿਨ੍ਹਾਂ 'ਚ ਸਿੱਖ ਤੇ ਗੈਰ ਸਿੱਖ ਦੋਨੋਂ ਤਰ੍ਹਾਂ ਦੇ ਲੋਕ ਸ਼ਾਮਲ ਸਨ, ਨੇ ਸਿੱਖ ਕੌਮ ਅੰਦਰ ਤੇਜ਼ੀ ਨਾਲ ਫੈਲ ਪਸਰ ਰਹੀ ਖਾੜਕੂ ਵਿਚਾਰਧਾਰਾ ਤੋਂ ਬੇਤਾਬ ਹੁੰਦਿਆਂ ਹੋਇਆਂ ਸਿੱਖ ਸਮੱਸਿਆ ਤੇ ਛੇਤੀ ਤੇ ਨਿਆਂਪੂਰਨ ਨਿਪਟਾਰੇ ਲਈ ਸਿਰ ਤੋੜ ਯਤਨ ਜਟਾਉਣੇ ਜਾਰੀ ਰੱਖੇ। ਪੰਜਾਬੀ ਗਰੁੱਪ ਦੇ ਨਾਂ ਨਾਲ ਜਾਣੀ ਜਾਂਦੀ ਇਸ ਮਿੱਤਰ ਢਾਣੀ ਵਿੱਚ ਇੰਦਰ ਕੁਮਾਰ ਗੁਜਰਾਲ, ਲੈਫਟੀਨੈਂਟ ਜਨਰਲ ਸੇਵਾ ਮੁਕਤ ਜਗਜੀਤ ਸਿੰਘ ਅਰੋੜਾ, ਕੁਲਦੀਪ ਨਈਅਰ, ਰਜਿੰਦਰ ਸਚਰ, ਨਿਰਮਲ ਮੁਖਰਜੀ, ਰਜਿੰਦਰ ਸਰੀਨ, ਜਸਟਿਸ ਰਣਜੀਤ ਸਿੰਘ ਨਰੂਲਾ, ਏਅਰ ਚੀਫ ਮਾਰਸ਼ਲ ਸੇਵਾ ਮੁਕਤ ਅਰਜਨ ਸਿੰਘ ਤੇ ਡਾਕਟਰ ਮਹੀਪ ਸਿੰਘ ਵਰਗੀਆਂ ਉੱਘੀਆਂ ਹਸਤੀਆਂ ਸ਼ਾਮਲ ਸਨ। ਇਸ ਗਰੁੱਪ ਦੀਆਂ ਸਰਗਰਮੀਆਂ 'ਚ ਉੱਘੀ ਭੂਮਿਕਾ ਨਿਭਾਉਣ ਵਾਲੇ ਇਸ ਦੇ ਇੱਕ ਮੈਂਬਰ ਡਾਕਟਰ ਮਹੀਪ ਸਿੰਘ ਨੇ
ਮਹੀਪ ਸਿੰਘ ਨੇ ਬਾਅਦ ਵਿੱਚ ਇਸ ਗਰੁੱਪ ਦੇ ਉਦੇਸ਼ਾਂ ਤੇ ਸਰਵਕਾਰਾਂ ਦਾ ਖੁਲਾਸਾ ਕਰਦਿਆਂ ਹੋਇਆਂ ਦੱਸਿਆ ਕਿ ਇਸ ਗਰੁੱਪ ਵੱਲੋਂ ਲਗਾਤਾਰ ਇਹ ਯਤਨ ਹੁੰਦਾ ਰਿਹਾ ਸੀ ਕਿ ਕੇਂਦਰ ਸਰਕਾਰ ਅਤੇ ਅਕਾਲੀ ਦਲ ਦਰਮਿਆਨ ਕੁਝ ਅਜਿਹਾ ਸਨਮਾਨਜਨਕ ਰਾਜਨੀਤਿਕ ਸਮਝੌਤਾ ਹੋ ਜਾਵੇ ਜਿਸ ਨਾਲ ਪੰਜਾਬ ਵਿੱਚ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਤਾਕਤਾਂ ਨੂੰ ਬਲ ਮਿਲੇ ਅਤੇ ਅੱਤਵਾਦੀ ਅਲੱਗ-ਥਲੱਗ ਹੋ ਜਾਣ। ਇਸ ਲਕਸ਼ ਨੂੰ ਸਾਹਮਣੇ ਰੱਖ ਕੇ ਇਸ ਗਰੁੱਪ ਦੇ ਲੋਕ ਇੱਕ ਪਾਸੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਸੰਪਰਕ ਰੱਖਦੇ ਸਨ ਅਤੇ ਦੂਜੇ ਪਾਸੇ ਚੋਟੀ ਦੇ ਅਕਾਲੀ ਨੇਤਾਵਾਂ ਨਾਲ। ਮੈਂ ਖੁਦ ਇਸ ਗਰੁੱਪ ਨਾਲ ਜੁੜਿਆ ਹੋਇਆ ਸੀ, ਇਸ ਲਈ ਇੱਕ ਗੱਲ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਸਮੇਤ ਸਾਰੇ ਅਕਾਲੀ ਨੇਤਾ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਕੇਂਦਰ ਸਰਕਾਰ ਨਾਲ ਅਜਿਹਾ ਸਮਝੌਤਾ ਹੋ ਜਾਵੇ ਜਿਸ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਉਹਨਾਂ ਦੀ ਸ਼ਾਖ ਬਣੀ ਰਹੇ ਅਤੇ ਹਿੰਸਕ ਤੱਤਾਂ ਨੂੰ ਪ੍ਰਭਾਵਹੀਣ ਵੀ ਕੀਤਾ ਜਾ ਸਕੇ। ਅਜਿਹੇ ਹੀ ਸਰੋਕਾਰ ਦੇਸ਼ ਦੇ ਕੁਝ ਹੋਰਨਾਂ ਰਾਜਸੀ ਵਰਗਾਂ ਵੱਲੋਂ ਵੀ ਪ੍ਰਗਟਾਏ ਜਾ ਰਹੇ ਸਨ। ਦਿੱਲੀ ਦੇ ਪੰਜਾਬੀ ਗਰੁੱਪ ਵਾਂਗ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਤੇ ਉਸ ਵਰਗੇ ਹੋਰਨਾਂ ਲੋਕਾਂ ਵੱਲੋਂ ਵੀ ਲਗਾਤਾਰ ਇਹੀ ਦੁਹਾਈ ਦਿੱਤੀ ਜਾ ਰਹੀ ਸੀ ਕਿ ਅਕਾਲੀ ਲੀਡਰਸ਼ਿਪ ਨੇ ਸੰਤ ਭਿੰਡਰਾਂਵਾਲੇ ਦੇ ਮੋਰਚੇ ਨੂੰ ਅਪਣਾ ਕੇ ਇੱਕ ਬੱਜਰ ਭੁੱਲ ਕੀਤੀ ਅਤੇ ਇਸ ਨਾਲ ਪੰਜਾਬ ਅੰਦਰ ਅੱਤਵਾਦੀ ਤੱਤਾਂ ਦੀ ਚੜ੍ਹ ਮੱਚੀ ਹੈ। ਕਾਮਰੇਡ ਸੁਰਜੀਤ ਨੇ ਆਪਣੇ ਅਖਬਾਰੀ ਲੇਖਾਂ ਤੇ ਬਿਆਨਾਂ ਤੋਂ ਇਲਾਵਾ ਅਕਾਲੀ ਆਗੂਆਂ ਨਾਲ ਆਪਣੀਆਂ ਸਿੱਧੀਆਂ ਮਿਲਣੀਆਂ ਤੇ ਵਾਰਤਾਲਾਪਾਂ ਦੇ ਜ਼ਰੀਏ ਉਹਨਾਂ ਨੂੰ ਠੀਕ ਰਾਹ ਉੱਤੇ ਲਿਆਉਣ ਅਰਥਾਤ ਉਹਨਾਂ ਨੂੰ ਸੰਤ ਭਿੰਡਰਾਂਵਾਲੇ ਵਿਰੁੱਧ ਖੁੱਲ੍ਹ ਕੇ ਪੋਜੀਸ਼ਨ ਲੈਣ ਲਈ ਮਾਨਸਿਕ ਤੇ ਰਾਜਨੀਤਿਕ ਤੌਰ ਤੇ ਪ੍ਰੇਰਨ ਦੀ ਪੂਰੀ ਵਾਲ ਆ ਰੱਖੀ ਹੋਈ ਸੀ। ਪ੍ਰਧਾਨ ਮੰਤਰੀ ਨੂੰ ਲਿਖੇ ਆਪਣੇ ਨਸੀਹਤਨੁਮਾ ਪੱਤਰਾਂ ਵਿੱਚ ਕਾਮਰੇਡ ਸੁਰਜੀਤ ਸਿੰਘ ਵੱਲੋਂ ਇਸ ਗੱਲ ਉੱਤੇ ਖਾਸ ਤੌਰ ਤੇ ਦੁੱਖ ਤੇ ਫਿਕਰ ਪ੍ਰਗਟਾਇਆ ਜਾ ਰਿਹਾ ਸੀ ਕਿ ਧਰਮਯੁੱਧ ਮੋਰਚੇ ਨੇ ਸਿੱਖਾਂ ਅੰਦਰ ਗਰਮਦਲੀ ਰਾਜਨੀਤੀ ਨੂੰ ਹੁਲਾਰਾ ਦਿੱਤਾ ਹੈ ਅਤੇ ਸਿੱਖ ਜਨਤਾ ਅੰਦਰ ਦਹਿਸ਼ਤਗਰਦੀ ਦੀਆਂ ਘਟਨਾਵਾਂ ਵਿਰੁੱਧ ਜੋ ਗੁੱਸਾ ਤੇ ਨਫ਼ਰਤ ਪੈਦਾ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ। ਸੋ ਉਪਰੋਕਤ ਵੰਨਗੀ ਦੀਆਂ ਤਾਕਤਾਂ ਵੱਲੋਂ ਅਕਾਲੀ ਲੀਡਰਸ਼ਿਪ ਉੱਤੇ ਕੇਂਦਰ ਸਰਕਾਰ ਨਾਲ ਰਾਜਨੀਤਿਕ ਸਮਝੌਤੇ ਲਈ ਭਾਰੀ ਦਬਾਅ ਪਾਇਆ ਜਾ ਰਿਹਾ ਸੀ ਅਤੇ ਨਾਲ ਹੀ ਆਪਣੇ ਵੱਲੋਂ ਵਿਚੋਲਗਿਰੀ ਕਰਨ ਲਈ ਵੀ ਵਧਵਾਂ ਉਤਸ਼ਾਹ ਪ੍ਰਗਟਾਇਆ ਜਾ ਰਿਹਾ ਸੀ। ਉਧਰ ਅਕਾਲੀ ਲੀਡਰਸ਼ਿਪ ਵੀ ਸਮਝੌਤੇ ਲਈ ਕੋਈ ਘੱਟ ਤਿਆਰ ਨਹੀਂ ਸੀ। ਬਾਹਰੀ ਤੌਰ ਤੇ ਅਕਾਲੀ ਆਗੂਆਂ ਨੇ ਭਲੇ ਹੀ ਸੂਰਮਿਆਂ ਵਾਲਾ ਅੰਦਾਜ਼ ਧਾਰਨ ਕਰ ਰੱਖਿਆ ਹੋਇਆ ਸੀ, ਪਰੰਤੂ ਅੰਦਰੋਂ ਉਹ ਸਮਝੌਤੇ ਲਈ ਤਰਲੋ ਮੱਛੀ ਹੋ ਰਹੇ ਸਨ। ਜੇਕਰ ਸੰਘਰਸ਼ ਦੇ ਸਮੁੱਚੇ ਅਰਸੇ ਦੌਰਾਨ ਅਕਾਲੀ ਆਗੂਆਂ ਦੀਆਂ ਕੇਂਦਰ ਸਰਕਾਰ ਨਾਲ ਹੋਈਆਂ ਬਾਕਾਇਦਾ ਰਸਮੀ ਮੀਟਿੰਗਾਂ ਦਾ ਜੋੜ ਲਾਇਆ ਜਾਵੇ ਤਾਂ ਇਹਨਾਂ ਦੀ ਗਿਣਤੀ 2 ਦਰਜਨ ਦੀ ਸੰਖਿਆ ਨੂੰ ਪਾਰ ਕਰ ਜਾਂਦੀ ਹੈ। ਅਕਾਲੀ ਆਗੂਆਂ ਦੀ ਕੇਂਦਰੀ ਹਾਕਮਾਂ ਨਾਲ ਇਹ ਗੱਲਬਾਤ ਸਿੱਧਮ ਸਿੱਧੀ ਵੀ ਚੱਲਦੀ ਰਹੀ ਅਤੇ ਵਿਰੋਧੀ ਧਿਰ ਦੇ ਨੁਮਾਇੰਦਿਆਂ ਨੂੰ ਵਿੱਚ ਪਾ ਕੇ 3 ਧਿਰੀ ਵੀ ਚੱਲਦੀ ਰਹੀ, ਖੁੱਲੀ ਵੀ ਚੱਲਦੀ ਰਹੀ ਤੇ ਨਾਲ ਹੀ ਲੁਕਵੀਂ ਵੀ। ਜਨਵਰੀ 1983 ਤੋਂ ਲੈ ਕੇ ਫਰਵਰੀ 1984 ਤੱਕ ਇੱਕੋ ਸਾਲ ਅੰਦਰ 3 ਧਿਰੀ ਗੱਲਬਾਤ ਦੇ 10 ਦੌਰ ਚੱਲੇ। 16 ਨਵੰਬਰ 1982 ਤੋਂ ਲੈ ਕੇ 26 ਮਈ 1984 ਤੱਕ 1.5 ਸਾਲ ਵਿੱਚ ਘੱਟੋ ਘੱਟ 9 ਉੱਚ ਪੱਧਰੀ ਗੁਪਤ ਮੀਟਿੰਗਾਂ ਹੋਈਆਂ, ਜਿਨ੍ਹਾਂ ਵਿੱਚ ਵਾਰੋ ਵਾਰੀ ਸਾਰੇ ਚੋਟੀ ਦੇ ਅਕਾਲੀ ਆਗੂ ਸ਼ਾਮਲ ਹੁੰਦੇ ਰਹੇ। ਗੈਰ ਰਸਮੀ ਸੰਪਰਕਾਂ ਤੇ ਵਿਅਕਤੀਗਤ ਪੱਧਰ ਤੇ ਹੁੰਦੀਆਂ ਰਹੀਆਂ ਹੋਰ ਮਿਲਣੀਆਂ ਦਾ ਹਿਸਾਬ ਕਿਤਾਬ ਇਸ ਨਾਲੋਂ ਵੱਖਰਾ ਹੈ। ਸੋ ਸੰਘਰਸ਼ ਦੇ ਕਿਸੇ ਵੀ ਪੜਾਅ ਉੱਤੇ ਅਕਾਲੀ ਆਗੂਆਂ ਨੇ ਕੇਂਦਰੀ ਹਾਕਮਾਂ ਨਾਲ ਸਮਝੌਤੇ ਦੇ ਯਤਨ ਠੱਪ ਨਹੀਂ ਸਨ ਕੀਤੇ। 1981-82 ਵਿੱਚ ਜਦ ਉਹ ਅਜੇ ਤਾਜ਼ਾ ਦਮ ਸਨ ਅਤੇ ਕੇਂਦਰ ਸਰਕਾਰ ਉੱਤੇ ਜਨਤਕ ਦਬਾਅ ਪਾ ਕੇ ਉਸ ਨੂੰ ਅਕਾਲੀ ਦਲ ਦੀਆਂ ਕੁਝ ਉੱਭਰਵੀਆਂ ਹੱਕੀ ਮੰਗਾਂ ਮੰਨਣ ਲਈ ਮਜਬੂਰ ਕਰ ਦੇਣ ਪ੍ਰਤੀ ਵਧੇਰੇ ਉਮੀਦ ਤੇ ਵਿਸ਼ਵਾਸ ਨਾਲ ਭਰੇ ਹੋਏ ਸਨ, ਤਾਂ ਉਹ ਸਮਝੌਤੇ ਲਈ ਇੱਕ ਹੱਦ ਤੋਂ ਵੱਧ ਲਿਖਣ ਲਈ ਤਿਆਰ ਨਹੀਂ ਸਨ। ਪਰ ਕੇਂਦਰੀ ਹਾਕਮਾਂ ਦੇ ਹੱਠ ਸਦਕਾ ਧਰਮਯੁੱਧ ਮੋਰਚੇ ਦੇ ਉਮੀਦ ਨਾਲੋਂ ਵੱਧ ਲਮਕ ਜਾਣ ਅਤੇ ਸਿੱਖ ਕੌਮ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
ਤੇ ਉਸ ਦੀ ਖਾੜਕੂ ਵਿਚਾਰਧਾਰਾ ਦੇ ਕਰਾਮਾਤੀ ਰੂਪ ਵਿੱਚ ਤਾਕਤ ਗ੍ਰਹਿਣ ਕਰ ਜਾਣ ਦੀ ਨਾ ਖੁਸ਼ਗਵਾਰ ਹਕੀਕਤ ਨੇ ਅਕਾਲੀ ਆਗੂਆਂ ਦੇ ਹੌਸਲੇ ਬੁਰੀ ਤਰ੍ਹਾਂ ਪਸਤ ਕਰ ਦਿੱਤੇ ਸਨ। ਧਰਮ ਯੁੱਧ ਮੋਰਚੇ ਦੇ 1 ਸਾਲ ਪੂਰਾ ਕਰ ਜਾਣ ਉਪਰੰਤ ਅਕਾਲੀ ਲੀਡਰਸ਼ਿਪ ਇੰਨੀ ਕਸੂਤੀ ਰਾਜਨੀਤਿਕ ਸਥਿਤੀ ਵਿੱਚ ਘਿਰੀ ਮਹਿਸੂਸ ਕਰਨ ਲੱਗ ਪਈ ਕਿ ਉਹ ਸਮਝੌਤੇ ਲਈ ਸਿਰਫ ਉਤਾਵਲੀ ਹੀ ਨਹੀਂ ਸਗੋਂ ਨਿਰਾਸ਼ਾ ਤੇ ਬੇਦਲੀ ਚੋਂ ਮੂਲੋਂ ਹੀ ਕਾਹਲੀ ਪੈ ਗਈ ਹੋਈ ਸੀ। ਅਕਾਲੀ ਆਗੂਆਂ ਦੇ ਇਸ ਉਤਾਵਲੇਪਣ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ 24 ਜਨਵਰੀ 1984 ਤੋਂ ਲੈ ਕੇ 26 ਮਈ 1984 ਤੱਕ 4 ਮਹੀਨਿਆਂ ਵਿੱਚ ਉਹਨਾਂ ਦੀਆਂ ਕੇਂਦਰ ਸਰਕਾਰ ਨਾਲ 6 ਉੱਚ ਪੱਧਰੀ ਗੁਪਤ ਮੀਟਿੰਗਾਂ ਹੋਈਆਂ, ਜਿਸ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ ਤੇ ਰਵਿੰਦਰ ਸਿੰਘ ਵਰਗੇ ਸਾਰੇ ਪ੍ਰਮੁੱਖ ਅਕਾਲੀ ਆਗੂ ਸ਼ਾਮਲ ਹੁੰਦੇ ਰਹੇ। 27 ਤੋਂ ਲੈ ਕੇ 29 ਮਾਰਚ ਤੱਕ 3 ਦਿਨ ਉਪਰੋਥਲੀ 3 ਮੀਟਿੰਗਾਂ ਹੋਈਆਂ। ਪਹਿਲੇ ਦਿਨ ਚੰਡੀਗੜ੍ਹ ਕਿਸੇ ਦੇ ਨਿੱਜੀ ਗ੍ਰਹਿ ਵਿਖੇ, ਦੂਜੇ ਦਿਨ ਦਿੱਲੀ ਅੰਦਰ IB ਖੁਫੀਆ ਏਜੰਸੀ ਦੇ RK ਪੁਰਮ ਸਥਿਤ ਗੈਸਟ ਹਾਊਸ ਵਿੱਚ ਅਤੇ ਤੀਜੇ ਦਿਨ ਫਿਰ ਚੰਡੀਗੜ੍ਹ ਉਸੇ ਨਿੱਜੀ ਗ੍ਰਹਿ ਵਿਖੇ। 21 ਅਪ੍ਰੈਲ ਨੂੰ ਜਥੇਦਾਰ ਟੌੜਾ, ਬਾਦਲ ਤੇ ਬਰਨਾਲਾ ਸਮੇਤ ਕੁਝ ਹੋਰਨਾਂ ਅਕਾਲੀ ਆਗੂਆਂ ਨੂੰ ਚੋਰੀ ਛਿਪੇ ਜੇਲ੍ਹਾਂ ਚੋਂ ਕੱਢ ਕੇ ਚੰਡੀਗੜ੍ਹ ਹਵਾਈ ਅੱਡੇ ਦੀ ਡਿਊਟੀ 'ਚ ਇਕੱਠੇ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੀ ਤਰਫੋਂ PV ਨਰਸਿਮਹਾ ਰਾਓ ਤੇ ਪ੍ਰਣਬ ਮੁਖਰਜੀ ਦੋਨੋਂ ਸੀਨੀਅਰ ਵਜ਼ੀਰ ਤੋਂ ਇਲਾਵਾ ਇੰਦਰਾ ਗਾਂਧੀ ਦੇ ਪ੍ਰਮੁੱਖ ਸਕੱਤਰ ਸ਼੍ਰੀ PC ਅਲੈਗਜ਼ੈਂਡਰ, ਕੈਬਨਿਟ ਸਕੱਤਰ CR ਕ੍ਰਿਸ਼ਨਾ ਸਵਾਮੀ ਰਾਓ ਸਾਹਿਬ ਅਤੇ 2 ਹੋਰ ਸੀਨੀਅਰ ਅਫਸਰ ਅਕਾਲੀ ਆਗੂਆਂ ਨਾਲ ਵਾਰਤਾਲਾਪ ਕਰਨ ਲਈ ਦਿੱਲੀ ਤੋਂ ਸਿੱਧੇ ਚੰਡੀਗੜ੍ਹ ਦੇ ਹਵਾਈ ਅੱਡੇ ਤੇ ਪਹੁੰਚੇ। 1 ਮਹੀਨੇ ਬਾਅਦ 26 ਮਈ ਨੂੰ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਤੋਂ ਸਿਰਫ 1 ਹਫ਼ਤਾ ਪਹਿਲਾਂ ਦਿੱਲੀ ਵਿਖੇ ਫਿਰ ਉਸੇ ਖੁਫੀਆ ਟਿਕਾਣੇ ਉੱਤੇ ਅਕਾਲੀ ਆਗੂਆਂ ਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਗੁਪਤ ਮੀਟਿੰਗਾਂ ਦੀ ਲੜੀ ਦਾ 9ਵਾਂ ਤੇ ਆਖਰੀ ਗੇੜ ਚੱਲਿਆ। ਮੀਟਿੰਗਾਂ ਦਾ ਇਹ ਵੇਰਵਾ ਦਰਸਾਉਂਦਾ ਹੈ ਕਿ ਅਕਾਲੀ ਆਗੂਆਂ ਨੇ ਆਪਣੇ ਵੱਲੋਂ ਸਮਝੌਤੇ ਦੀ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਜੇਕਰ ਇਹ ਸਮਝੌਤਾ ਨੇਪਰੇ ਨਹੀਂ ਚੜ ਸਕਿਆ ਤਾਂ ਇਸ ਲਈ ਅਕਾਲੀ ਆਗੂਆਂ ਨੂੰ ਕਤਈ ਤੌਰ ਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਦੀ ਨਿਰੋਲ ਜ਼ਿੰਮੇਵਾਰੀ ਕੇਂਦਰ ਸਰਕਾਰ ਸਿਰ ਆਉਂਦੀ ਹੈ। 3 ਧਿਰੀ ਗੱਲਬਾਤ ਵਿੱਚ ਸ਼ਾਮਲ ਹੁੰਦੇ ਰਹੇ ਵਿਰੋਧੀ ਧਿਰ ਦੇ ਆਗੂਆਂ ਸਵਰਨ ਸਿੰਘ ਵਰਗੇ ਇੰਦਰਾ ਗਾਂਧੀ ਦੇ ਵਿਸ਼ਵਾਸ ਪਾਤਰ ਵਿਚੋਲਿਆਂ ਵਾਰਤਾਲਾਪ ਵਿੱਚ ਗਹਿਰੀ ਦਿਲਚਸਪੀ ਲੈਂਦੀਆਂ ਰਹੀਆਂ ਕੁਝ ਨਾਮਵਰ ਹਸਤੀਆਂ ਅਤੇ ਨਿਰਪੱਖ ਦਰਸ਼ਕਾਂ ਤੇ ਵਿਸ਼ਲੇਸ਼ਕਾਂ ਚੋਂ ਕਿਸੇ ਨੇ ਵੀ ਸਮਝੌਤੇ ਦੇ ਯਤਨ ਦੀ ਕਾਮਯਾਬੀ ਲਈ ਅਕਾਲੀ ਆਗੂਆਂ ਨੂੰ ਦੋਸ਼ੀ ਨਹੀਂ ਠਹਿਰਾਇਆ। ਸਭ ਨੇ ਲਗਭਗ ਸਰਬਸੰਮਤੀ ਨਾਲ ਦੋਸ਼ ਦਾ ਸਾਰਾ ਭਾਂਡਾ ਕੇਂਦਰ ਸਰਕਾਰ ਸਿਰ ਜਾਂ ਹੋਰ ਵੱਧ ਠੀਕ ਕਹਿਣਾ ਹੋਵੇ ਤਾਂ ਇੰਦਰਾ ਗਾਂਧੀ ਦੇ ਸਿਰ ਹੀ ਭੰਨਿਆ ਹੈ। ਚਸ਼ਮਦੀਦ ਗਵਾਹਾਂ ਤੇ ਜਾਣਕਾਰ ਹਲਕਿਆਂ ਨੇ ਆਪਣੀਆਂ ਲਿਖਤਾਂ ਤੇ ਜ਼ੁਬਾਨੀ ਕਥਨਾਂ ਰਾਹੀਂ ਇਹ ਤੱਥ ਸਾਰੇ ਜੱਗ ਦੇ ਸਾਹਮਣੇ ਜ਼ਾਹਰ ਕਰ ਦਿੱਤਾ ਹੈ ਕਿ ਬਹੁਤ ਵਾਰੀ ਜਦ ਅਕਾਲੀ ਆਗੂਆਂ ਤੇ ਕੇਂਦਰ ਸਰਕਾਰ ਦੇ ਅਧਿਕਾਰਤ ਨੁਮਾਇੰਦਿਆਂ ਵਿਚਕਾਰ ਸਮਝੌਤੇ ਦੀਆਂ ਸਾਰੀਆਂ ਮੱਦਾਂ ਉੱਤੇ ਸਹਿਮਤੀ ਹੋ ਜਾਂਦੀ ਰਹੀ ਤਾਂ ਐਨ ਆਖਰੀ ਮੌਕੇ ਇੰਦਰਾ ਗਾਂਧੀ ਵੱਲੋਂ ਇਸ ਨੂੰ ਆਪ ਹੁਦਰੇ ਢੰਗ ਨਾਲ ਨਕਾਰ ਦਿੱਤਾ ਜਾਂਦਾ ਰਿਹਾ। ਸੋ ਇਸ ਚੋਂ ਇਹ ਸੱਟਾ ਕੱਢਣਾ ਔਖਾ ਨਹੀਂ ਕਿ ਇੰਦਰਾ ਗਾਂਧੀ ਦਿਲੋਂ ਸਮਝੌਤੇ ਦੀ ਇੱਛੁਕ ਨਹੀਂ ਸੀ। ਉਸ ਦੇ ਇਰਾਦੇ ਤੇ ਗਿਣਤੀਆਂ ਮਿਣਤੀਆਂ ਹੋਰ ਸਨ। ਉਹ ਆਪਣੀ ਸੋਚ ਵਿਚਾਰੀ ਰਣਨੀਤੀ ਤਹਿਤ ਆਪਣੀ ਅਜਿਹੀ ਫਿਰਕੂ ਖੇਡ ਰਹੀ ਸੀ ਜਿਸ ਦਾ ਅੰਤ ਨਿਸ਼ਾਨਾ ਸਿੱਖ ਕੌਮ ਉੱਤੇ ਇੱਕ ਵੱਡਾ ਹੱਲਾ ਬੋਲ ਕੇ ਦੇਸ਼ ਦੀ ਹਿੰਦੂ ਜਨਤਾ ਅੰਦਰ ਵਾਹ ਖੱਟਣੀ ਅਤੇ ਫਿਰ ਇਹਨਾਂ ਫਿਰਕੂ ਜਜ਼ਬਾਤਾਂ ਦੀ ਛੱਲ ਤੇ ਸਵਾਰ ਹੋ ਕੇ ਜਨਵਰੀ 1972 ਦੀਆਂ ਚੋਣਾਂ ਦਾ ਇਤਿਹਾਸ ਦੁਹਰਾਉਣਾ ਸੀ। ਅਜਿਹੇ ਹਮਲੇ ਲਈ ਉਹ ਕਿਸੇ ਢੁਕਵੇਂ ਮੌਕੇ ਦੀ ਤਾਕ ਵਿੱਚ ਸੀ। ਉਹ ਬੜੇ ਇhtiyat ਤੇ ਮੁਹਾਰਤ ਨਾਲ ਆਪਣੇ ਕਲਪੇ ਹੋਏ ਨਿਸ਼ਾਨੇ ਵੱਲ ਵਧ ਰਹੀ ਸੀ। ਉਸ ਵੱਲੋਂ ਗਿਣ ਮਿਥ ਕੇ ਅਜਿਹੀਆਂ ਹਾਲਤਾਂ ਸਿਰਜੀਆਂ ਜਾ ਰਹੀਆਂ ਸਨ ਜਿਨ੍ਹਾਂ ਨਾਲ ਇੱਕ ਤਾਂ ਸਿੱਖਾਂ ਦੇ ਤੇ ਹਿੰਦੂਆਂ ਵਿਚਕਾਰ ਫਿਰਕੂ ਵੰਡ ਮੁਕੰਮਲ ਹੋ ਜਾਵੇ,
ਦੂਜਾ, ਸਿੱਖ ਕੌਮ ਦੇ ਅੰਦਰ ਵੀ ਆਪਸੀ ਫੁੱਟ ਤੇ ਬੇਵਿਸ਼ਵਾਸੀ ਦਾ ਅਜਿਹਾ ਵਾਤਾਵਰਨ ਪੈਦਾ ਹੋ ਜਾਵੇ ਜਾਂ ਪੈਦਾ ਕਰ ਦਿੱਤਾ ਜਾਵੇ ਕਿ ਸਿੱਖ ਪੰਥ ਆਪਸੀ ਭਰਾ ਮਾਰੂ ਜੰਗ ਵਿੱਚ ਉਲਝ ਕੇ ਆਪਣੇ ਹੀ ਹੱਥੀਂ ਲਹੂ ਲੁਹਾਨ ਹੋ ਕੇ ਰਹਿ ਜਾਵੇ। ਇਸ ਦ੍ਰਿਸ਼ਟੀ ਤੋਂ ਦੇਖਿਆ ਇਹ ਕਹਿਣਾ ਪੂਰਾ ਗਲਤ ਨਹੀਂ ਹੋਵੇਗਾ ਕਿ ਸਿੱਖ ਸੰਘਰਸ਼ ਅੰਦਰਲੀ ਗਰਮ ਖਿਆਲੀ ਧਾਰਾ ਨੂੰ ਇੱਕ ਖਾਸ ਹੱਦ ਤੱਕ ਤਕੜਾਈ ਹਾਸਲ ਕਰ ਲੈਣ ਦੀ ਸੰਕੋਚਵੀਂ ਛੋੜ ਦੇਈ ਰੱਖਣੀ ਇੰਦਰਾ ਗਾਂਧੀ ਦੇ ਫਿਰਕੂ ਮਨੋਰਥਾਂ ਦੇ ਪੂਰੀ ਤਰ੍ਹਾਂ ਸੂਤ ਬਹਿੰਦਾ ਸੀ। ਖਾੜਕੂ ਹਥਿਆਰਬੰਦ ਕਾਰਵਾਈਆਂ ਨਾਲੋਂ ਵੀ ਵੱਧ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰਮ ਜਾਂ ਗਰਮਾਇਸ਼ ਉਪਜਾਉਂਦੇ ਬਿਆਨ ਅਤੇ ਭਾਸ਼ਣ ਹਿੰਦੂ ਜਨਤਾ ਦੇ ਮਨਾਂ ਉੱਤੇ ਠੀਕ ਉਹੋ ਜਿਹਾ ਹੀ ਅਸਰ ਛੱਡ ਰਹੇ ਸਨ ਜਿਸ ਦੀ ਇੰਦਰਾ ਗਾਂਧੀ ਨੂੰ ਲੋੜ ਸੀ। ਪਰ ਇਸ ਚੋਂ ਇਹ ਸਿੱਟਾ ਕੱਢਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੋਵੇਗਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਿੰਗਾਰਿਆ ਹੀ ਇੰਦਰਾ ਗਾਂਧੀ ਨੇ ਸੀ ਅਤੇ ਉਹ ਜੋ ਕੁਝ ਵੀ ਕਹਿ ਰਹੇ ਸਨ ਇੰਦਰਾ ਗਾਂਧੀ ਦੀ ਲੋੜ ਤੇ ਰਜ਼ਾ ਅਨੁਸਾਰ ਹੀ ਕਰ ਰਹੇ ਸਨ। ਇਹ ਗੱਲ ਪਹਿਲਾਂ ਵੀ ਭਲੀ ਭਾਂਤ ਸਪਸ਼ਟ ਕੀਤੀ ਜਾ ਚੁੱਕੀ ਹੈ ਕਿ ਇਤਿਹਾਸ ਦੇ ਅੰਦਰ ਕਿਸੇ ਖਾਸ ਮੌਕੇ, ਕਿਸੇ ਖਾਸ ਰਾਜਸੀ ਰੁਝਾਨ ਦੇ, ਕਿਸੇ ਖਾਸ ਰਾਜਸੀ ਧਿਰ ਜਾਂ ਵਿਅਕਤੀ ਵਿਸ਼ੇਸ਼ ਦੇ ਪੱਖ ਵਿੱਚ ਭੁਗਤ ਜਾਣ ਦੀ ਹਕੀਕਤ ਤੋਂ ਸਵੈ ਸਿੱਧ ਹੀ ਇਹ ਸਿੱਟਾ ਨਹੀਂ ਨਿਕਲਦਾ ਕਿ ਉਹ ਰੁਝਾਨ ਨਿਰੋਲ ਉਸ ਰਾਜਸੀ ਧਿਰ ਜਾਂ ਵਿਅਕਤੀ ਵਿਸ਼ੇਸ਼ ਦੀ ਹੀ ਘਾਟ ਹੁੰਦੀ ਹੈ ਅਤੇ ਉਸ ਨੂੰ ਇਤਿਹਾਸ ਦੇ ਅੰਦਰ ਜਨਮ ਦੇਣ ਵਾਲੇ ਤੇ ਅਗਾਂਹ ਉਸ ਦੇ ਵਹਿਣ ਨੂੰ ਨਿਰਧਾਰਤ ਕਰਨ ਵਾਲੇ ਕੋਈ ਸੁਤੰਤਰ ਕਾਰਨ ਮੌਜੂਦ ਨਹੀਂ ਹੁੰਦੇ। ਆਜ਼ਾਦ ਭਾਰਤ ਦੇ ਅੰਦਰ ਸਿੱਖ ਕੌਮ ਨਾਲ ਦਹਾਕਿਆਂ ਤੋਂ ਜੋ ਵਿਤਕਰੇ ਦੇ ਅਨਿਆਂ ਭਰਿਆ ਵਰਤਾਓ ਹੁੰਦਾ ਆ ਰਿਹਾ ਸੀ ਅਤੇ ਇਸ ਦੇ ਖਿਲਾਫ ਸਿੱਖਾਂ ਦੇ ਮਨਾਂ ਅੰਦਰ ਲੰਮੇ ਚਿਰਾਂ ਤੋਂ ਜੋ ਲਾਵਾ ਜਮਾ ਹੁੰਦਾ ਆ ਰਿਹਾ ਸੀ, ਉਸਨੇ ਆਖਰ ਤਾਂ ਕਿਤੇ ਨਾ ਕਿਤੇ ਜਾ ਕੇ ਭਬੂਕਾ ਬਣ ਕੇ ਮਚਣਾ ਹੀ ਸੀ। ਜਿਸ ਕੌਮ ਦੀ ਪਿੱਠ ਉੱਤੇ ਜ਼ਬਰ ਤੇ ਬੇਇਨਸਾਫੀ ਵਿਰੁੱਧ 3 ਸਦੀਆਂ ਲੰਮੇ ਲਹੂ ਵੀਟਵੇਂ ਸੰਘਰਸ਼ ਦਾ ਅਨੂਠਾ ਤੇ ਗੌਰਵਸ਼ਾਲੀ ਵਿਰਸਾ ਖੜਾ ਹੋਵੇ, ਉਹ ਨਿਆਂ ਤੇ ਜਲਾਲਤ ਨੂੰ ਕਿੰਨੀ ਕੁ ਦੇਰ ਤੱਕ ਸਿਰ ਸੁੱਟ ਕੇ ਬਰਦਾਸ਼ਤ ਕਰ ਸਕਦੀ ਹੈ। ਉਸ ਦੇ ਸਬਰ ਦਾ ਬੰਨ ਕਿਸੇ ਦਿਨ ਤਾਂ ਜਾ ਕੇ ਟੁੱਟਣਾ ਹੀ ਸੀ। ਰਹਿੰਦੀ ਕਸਰ ਰਵਾਇਤੀ ਅਕਾਲੀ ਲੀਡਰਸ਼ਿਪ ਦੇ ਸਿਧਾਂਤਕ ਕੁਰਾਹਿਆਂ ਤੇ ਨੈਤਿਕ ਖਾਮੀਆਂ ਨੇ ਪੂਰੀ ਕਰ ਦਿੱਤੀ ਸੀ। ਅਕਾਲੀ ਆਗੂਆਂ ਨੇ ਜਿਸ ਕਦਰ ਸਿੱਖ ਸੰਘਰਸ਼ ਨੂੰ ਵਾਰ-ਵਾਰ ਅੱਧ ਵਿਚਾਲਿਓਂ ਡੋਬੇ ਦਿੱਤੇ ਅਤੇ ਵਾਰ-ਵਾਰ ਆਪਣੇ ਐਲਾਨਾਂ ਤੇ ਬਚਨਾਂ ਤੋਂ ਸ਼ਰੇਆਮ ਭੱਜ ਨਿਕਲਣ ਦੀ ਅਖਲਾਕੀ ਕਮਜ਼ੋਰੀ ਦਿਖਾਈ, ਇਸ ਨੇ ਇਤਿਹਾਸ ਦੇ ਅੰਦਰ ਹਮੇਸ਼ਾ ਹੀ ਸਿਰ ਉੱਚਾ ਕਰਕੇ ਜਿਉਣ ਦੇ ਆਦੀ ਸਿੱਖ ਭਾਈਚਾਰੇ ਦੀ ਮਾਨਸਿਕਤਾ ਉੱਤੇ ਬਹੁਤ ਹੀ ਗਹਿਰਾ ਤੇ ਅੰਤਰੀਵ ਘਾਓ ਲਗਾ ਦਿੱਤਾ ਹੋਇਆ ਸੀ। ਅਜਿਹੀਆਂ ਅਪਮਾਨਜਨਕ ਹਾਲਤਾਂ ਦੇ ਸਨਮੁਖ ਕੌਮੀ ਰੋਸ ਤੇ ਮੰਗਾਂ ਨੂੰ ਧੜੱਲੇ ਨਾਲ ਪੇਸ਼ ਕਰਨ ਵਾਲੇ ਕਿਸੇ ਮਰਦ ਅਗੰਮੜੇ ਦੀ ਲੋੜ ਸਿੱਖ ਜਗਤ ਦੀ ਸਮੂਹਿਕ ਤਾਂਘ ਬਣ ਕੇ ਉੱਭਰ ਆਈ ਸੀ। ਜਦੋਂ ਕੌਮ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸੋਚ ਤੇ ਸ਼ਖਸੀਅਤ ਵਿੱਚੋਂ ਆਪਣੀ ਇਸ ਲੋੜ ਤੇ ਇੱਛਾ ਦੀ ਪੂਰਤੀ ਦੇ ਝਲਕਾਰੇ ਪੈਣ ਲੱਗੇ ਤਾਂ ਉਹ ਇੱਕਦਮ ਆਪਣੇ ਇਸ ਅਦੁੱਤੀ ਜਰਨੈਲ ਪਿੱਛੇ ਲਾਮਬੰਦ ਹੋ ਤੁਰੀ। ਇਸ ਤਰ੍ਹਾਂ ਇਤਿਹਾਸ ਦੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਇੱਕ ਬੇਜੋੜ ਸਿੱਖ ਨਾਇਕ ਬਣ ਕੇ ਉੱਭਰ ਆਉਣ ਦੇ ਸਾਰੇ ਇਮਕਾਨ ਪੈਦਾ ਹੋ ਚੁੱਕੇ ਸਨ। ਇੰਦਰਾ ਗਾਂਧੀ ਨੇ ਇਸ ਅਮਲ ਵਿੱਚ ਜੇ ਕੋਈ ਹੱਥ ਵਟਾਇਆ ਤਾਂ ਉਹ ਇਹ ਕਿ ਉਸਨੇ ਆਪਣੀਆਂ ਪੰਥ ਦੋਖੀ ਨੀਤੀਆਂ ਤੇ ਕਾਰਿਆਂ ਨਾਲ ਖੌਲ ਦੀ ਕੜਾਹੀ ਦੇ ਹੇਠਾਂ ਬਲ ਰਹੀ ਅੱਗ ਦਾ ਸੇਕ ਮੱਠਾ ਨਹੀਂ ਪੈਣ ਦਿੱਤਾ। ਅਜਿਹਾ ਉਸਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅਕਾਲੀ ਲੀਡਰਸ਼ਿਪ ਦੇ ਮੁਕਾਬਲੇ 'ਚ ਖੜਾ ਕਰਨ ਦੇ ਸੀਮਤ ਮੰਤਵ ਨੂੰ ਹੀ ਸਾਹਮਣੇ ਰੱਖ ਕੇ ਨਹੀਂ ਕੀਤਾ। ਉਸਦਾ ਅਸਲੀ ਮੰਤਵ ਇਸ ਨਾਲੋਂ ਕਿਤੇ ਵੱਡਾ, ਕਿਤੇ ਵੱਧ ਬੁਰਾ ਤੇ ਕਿਤੇ ਜ਼ਿਆਦਾ ਖਤਰਨਾਕ ਸੀ। ਜਿਵੇਂ ਕਿ ਦੱਸਿਆ ਜਾ ਚੁੱਕਾ ਹੈ, ਉਹ ਦੇਸ਼ ਅੰਦਰ ਤੇਜ਼ੀ ਨਾਲ ਜ਼ੋਰ ਫੜ ਰਹੇ ਹਿੰਦੂ ਪੁਨਰਵਾਦ ਦੇ ਰੁਝਾਨ ਦੀ ਅਗਵਾਨੂ ਬਣ ਕੇ ਦੇਸ਼ ਦੀ ਹਿੰਦੂ ਜਨਤਾ ਅੰਦਰ ਆਪਣਾ ਦੁਰਗਾ ਵਾਲਾ ਅਕਸ ਤੇ ਪ੍ਰਭਾਵ ਕਾਇਮ ਕਰਨਾ ਚਾਹੁੰਦੀ ਸੀ। ਉਸ ਦਾ ਇਹ ਫਿਰਕੂ ਸਿਧਾਂਤਕ ਪੈਂਤੜਾ ਹੀ ਉਸ ਦੀਆਂ ਸਿੱਖ ਕੌਮ ਪ੍ਰਤੀ ਦੁਸ਼ਮਣੀ ਭਰੀਆਂ ਨੀਤੀਆਂ ਤੇ ਅਮਲਾਂ ਦਾ ਸਰੋਤ ਬਣਿਆ ਹੋਇਆ ਸੀ। ਇਸ ਹਾਲਤ ਪ੍ਰਤੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਵਾਬੀ ਪੈਂਤੜੇ ਦਾ ਦਰੁਸਤ ਮੁਲਾਂਕਣ ਕਰਨ ਲਈ ਇੰਦਰਾ ਗਾਂਧੀ ਦੀਆਂ ਸਿੱਖ ਵਿਰੋਧੀ ਫਿਰਕੂ ਨੀਤੀਆਂ ਤੇ ਕਾਰਵਾਈਆਂ ਨੂੰ ਉਸ ਦੇ ਨਿੱਜ ਤੱਕ ਸੁੰਗੇੜ ਕੇ ਦੇਖਣ ਦੀ ਬਜਾਏ
ਇਹਨਾਂ ਨੂੰ ਦੇਸ਼ ਅੰਦਰ ਉੱਭਰ ਵਿਕਸ ਰਹੇ ਹਿੰਦੂ ਫਿਰਕੂ ਫਾਸੀਵਾਦ ਦੇ ਵਰਤਾਰੇ ਦੇ ਵੱਡੇ ਸੰਦਰਭ ਵਿੱਚ ਰੱਖ ਕੇ ਦੇਖਿਆ ਜਾਣਾ ਚਾਹੀਦਾ ਹੈ। ਇੰਦਰਾ ਗਾਂਧੀ ਦੇਸ਼ ਦੇ ਹਿੰਦੂ ਵਰਗ ਅੰਦਰ ਜ਼ੋਰ ਫੜ ਰਹੀ ਫਿਰਕੂ ਫਾਸੀਵਾਦੀ ਸੋਚ ਅਤੇ ਪ੍ਰਵਿਰਤੀ ਦੀ ਹੀ ਤਰਜਮਾਨੀ ਤੇ ਅਗਵਾਨੀ ਕਰ ਰਹੀ ਸੀ। ਉੱਤਰੀ ਭਾਰਤ ਦੇ ਅੰਦਰ ਆਮ ਕਰਕੇ ਅਤੇ ਪੰਜਾਬ ਦੇ ਹਰਿਆਣਾ ਅੰਦਰ ਖਾਸ ਕਰਕੇ ਇਸ ਫਿਰਕੂ ਫਾਸੀਵਾਦ ਦੀ ਧਾਰ ਰੜਕਵੇਂ ਰੂਪ ਵਿੱਚ ਸਿੱਖ ਵਿਰੋਧੀ ਸੀ। ਧਾਰਮਿਕ, ਸੱਭਿਆਚਾਰਕ, ਰਾਜਨੀਤਿਕ ਤੇ ਪ੍ਰਸ਼ਾਸਨਿਕ ਸਭਨਾਂ ਹੀ ਖੇਤਰਾਂ ਅੰਦਰ ਇਸ ਦਾ ਅਸਰ ਪ੍ਰਤੱਖ ਜ਼ਾਹਰ ਹੋ ਰਿਹਾ ਸੀ। ਅਜਿਹੀ ਭੜਕਾਊ ਅਤੇ ਚੁਣੌਤੀ ਭਰੀ ਹਾਲਤ ਦੇ ਸਨਮੁਖ ਸਿੱਖ ਕੌਮ ਵਰਗੇ ਸੂਰਬੀਰ ਤੇ ਮਾਣਮੱਤੇ ਭਾਈਚਾਰੇ ਨੂੰ ਜਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰੂਪ ਵਿੱਚ ਇੱਕ ਸੱਚਾ ਸੁੱਚਾ, ਨਿਸ਼ਠਾਵਾਨ ਤੇ ਜਾਂਬਾਜ਼ ਆਗੂ ਮਿਲ ਚੁੱਕਾ ਸੀ ਤਾਂ ਸਿੱਖ ਰਾਜਨੀਤੀ ਅੰਦਰ ਨਰਮ ਪੱਖੀ ਸੋਚ ਦੀ ਚੁਣੌਤੀ ਰਹਿਤ ਸਰਦਾਰੀ ਦੇ ਦਹਾਕਿਆਂ ਲੰਮੇ ਯੁੱਗ ਦਾ ਅੰਤ ਹੋਣਾ ਸੁਭਾਵਿਕ ਤੇ ਅਟੱਲ ਬਣ ਕੇ ਰਹਿ ਗਿਆ ਸੀ। ਆਪਣੇ ਵਿਸ਼ੇਸ਼ ਸੁਰ, ਸੰਸਕਾਰਾਂ, ਨਿਸ਼ਠਾ, ਸਿੱਖੀ ਜਜ਼ਬੇ ਤੇ ਅਟੁੱਟ ਵਚਨਬੱਧਤਾ ਦੀ ਵਜ੍ਹਾ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਅਜਿਹੀ ਹਾਲਤ ਦੇ ਸਨਮੁਖ ਗੁੱਸੇ ਤੇ ਰੋਹ ਵਿੱਚ ਆਉਣਾ ਅਤੇ ਆਪਣੇ ਇਹਨਾਂ ਭਾਵਾਂ ਦਾ ਬੇਖੌਫ ਤੇ ਬੇਬਾਕ ਪ੍ਰਗਟਾਵਾ ਕਰਨਾ ਓਨਾ ਹੀ ਕੁਦਰਤੀ ਸੀ ਜਿੰਨਾ ਵਧੀਕੀਆਂ ਤੇ ਨਿਰਾਦਰੀਆਂ ਦਾ ਸ਼ਿਕਾਰ ਹੋਏ ਕਿਸੇ ਵੀ ਕਾਣ ਵਾਲੇ ਸਾਹਸੀ ਵਿਅਕਤੀ ਦਾ ਹੋ ਸਕਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਕਾਲੀ ਲੀਡਰਸ਼ਿਪ ਆਪਣੀਆਂ ਕੁਝ ਸਿਧਾਂਤਕ ਮਾਨਤਾਵਾਂ, ਰਾਜਨੀਤਿਕ ਮਜਬੂਰੀਆਂ ਤੇ ਵਿਅਕਤੀਗਤ ਕਮਜ਼ੋਰੀਆਂ ਦੀ ਵਜ੍ਹਾ ਕਰਕੇ ਸਭਨਾਂ ਵਿਤਕਰੇਬਾਜ਼ੀਆਂ, ਵਧੀਕੀਆਂ, ਨਿਰਾਦਰੀਆਂ ਤੇ ਭੜਕਾਹਟਾਂ ਨੂੰ ਨਿਮਾਣਿਆਂ ਵਾਂਗ ਜਰਦੀ ਆ ਰਹੀ ਸੀ। ਇਸ ਦੌਰੇ ਅੰਦਰ ਹਿੰਦੂ ਹਾਕਮਾਂ ਤੇ ਹਿੰਦੂ ਆਗੂਆਂ ਵੱਲੋਂ ਕਈ ਮੌਕਿਆਂ ਤੇ ਅਕਾਲੀ ਆਗੂਆਂ ਨੂੰ ਉਹਨਾਂ ਦੀ ਨਿਗੂਣੀ ਹਸਤੀ ਜਿਤਾ ਕੇ ਸ਼ਰੇਆਮ ਬਲੈਕਮੇਲ ਕੀਤੇ ਜਾਣ ਦੀਆਂ ਚੋਖੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ। ਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਮਾਮਲਾ ਇਸ ਨਾਲੋਂ ਮੂਲ ਰੂਪ ਵਿੱਚ ਹੀ ਵੱਖਰਾ ਸੀ। ਇੱਕ ਤਾਂ ਜਿਸ ਸਿਧਾਂਤਕ ਲੱਗ ਲਬੇੜ ਨੇ ਅਕਾਲੀ ਆਗੂਆਂ ਨੂੰ ਮਾਨਸਿਕ ਤੌਰ ਤੇ ਅਪਾਹਜ ਕਰ ਛੱਡਿਆ ਹੋਇਆ ਸੀ, ਸੰਤ ਭਿੰਡਰਾਂਵਾਲਾ ਉਸ ਤੋਂ ਪੂਰੀ ਤਰ੍ਹਾਂ ਸੁਰਖਰੂ ਸੀ। ਦੂਜਾ, ਕਿਸੇ ਵੀ ਪਦਵੀ ਜਾਂ ਦੁਨਿਆਵੀ ਪ੍ਰਾਪਤੀ ਦੀ ਲਾਲਸਾ ਨਾ ਹੋਣ ਕਰਕੇ ਉਹ ਉਹਨਾਂ ਹੀ ਰਾਜਨੀਤਿਕ ਕਮਜ਼ੋਰੀਆਂ ਦਾ ਸ਼ਿਕਾਰ ਨਹੀਂ ਸੀ ਜਿਨ੍ਹਾਂ ਨੇ ਅਕਾਲੀ ਆਗੂਆਂ ਨੂੰ ਬੇਗੈਰਤੇ ਤੇ ਬੁਝਦਿਲ ਬਣਾ ਕੇ ਰੱਖ ਦਿੱਤਾ ਹੋਇਆ ਸੀ। ਇਹ ਰਾਜਨੀਤਿਕ ਜੱਤ-ਸੱਤ ਸੰਤ ਭਿੰਡਰਾਂਵਾਲੇ ਦਾ ਬਹੁਤ ਹੀ ਉੱਤਮ ਇਖਲਾਕੀ ਗੁਣ ਹੋ ਨਿਬੜਿਆ। ਵਿਅਕਤੀਗਤ ਕਿਰਦਾਰ ਦੇ ਤੇ ਸੁਭਾਅ ਪੱਖੋਂ ਵੀ ਸੰਤ ਜਰਨੈਲ ਸਿੰਘ ਕਿਸੇ ਦਾ ਨਾਜਾਇਜ਼ ਦਾਬਾ, ਧੌਂਸ ਜਾਂ ਝੇਪ ਮੰਨਣ ਵਾਲਾ ਨਹੀਂ ਸੀ ਅਤੇ ਨਾ ਹੀ ਕਿਸੇ ਕਿਸਮ ਦੇ ਲੋਭ ਜਾਂ ਚੱਕਵੇਂ ਵਿੱਚ ਆਉਣ ਵਾਲਾ ਸੀ। ਸੋ ਅਜਿਹੇ ਦਮਦਾਰ ਵਿਅਕਤੀ ਨੂੰ ਦੁਸ਼ਮਣ ਧਿਰ ਵੱਲੋਂ ਆਪਣਾ ਏਜੰਟ ਜਾਂ ਹੱਥ ਠੋਕਾ ਬਣਾ ਕੇ ਵਰਤ ਜਾਣਾ ਅਤੇ ਉਹ ਵੀ ਉਸ ਦੇ ਆਪਣੇ ਹੀ ਧਰਮ ਤੇ ਭਾਈਚਾਰੇ ਦੇ ਖਿਲਾਫ ਉਂਝ ਹੀ ਕਲਪਨਾ ਤੋਂ ਬਾਹਰੀ ਗੱਲ ਹੈ। ਉਸ ਨੂੰ ਕਿਸੇ ਵੀ ਤਰ੍ਹਾਂ ਭਰਮਾਂ ਜਾਂ ਯਰਕਾ ਸਕਣਾ ਨਾਮੁਮਕਿਨ ਵਰਗੀ ਗੱਲ ਸੀ। ਸਗੋਂ ਹੋਇਆ ਇਹ ਕਿ ਰਾਜਨੀਤਿਕ ਮੰਚ ਉੱਤੇ ਸੰਤ ਜਰਨੈਲ ਸਿੰਘ ਦੀ ਆਮਦ ਨੇ ਹਿੰਦੂ ਹਾਕਮਾਂ ਦੀ ਸਮੁੱਚੀ ਮੰਚ ਕਲਾ ਨੂੰ ਬਿਖੇਰ ਕੇ ਰੱਖ ਦਿੱਤਾ। 1947 ਦੀ ਸੱਤਾ ਬਦਲੀ ਦੇ ਬਟਵਾਰੇ ਤੋਂ ਬਾਅਦ ਭਾਰਤ ਦੇ ਰਾਜਸੀ ਤੰਤਰ ਤੇ ਪ੍ਰਬੰਧਕੀ ਢਾਂਚੇ ਅੰਦਰ ਹਿੰਦੂ ਬਹੁਗਿਣਤੀ ਵਰਗ ਦੀ ਨਿਰਣਾਇਕ ਚੌਧਰ ਸਥਾਪਿਤ ਹੋ ਜਾਣ ਕਰਕੇ ਘੱਟ ਗਿਣਤੀ ਧਾਰਮਿਕ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਅਤੇ ਉਹਨਾਂ ਦੇ ਆਗੂਆਂ ਵਿੱਚ ਬੇਵਸੀ ਤੇ ਹੀਣਤਾ ਦਾ ਅਹਿਸਾਸ ਘਰ ਘਰ ਗਿਆ। ਨਾ ਸਿਰਫ ਹਿੰਦੂ ਹਾਕਮਾਂ ਨੇ ਉਹਨਾਂ ਨਾਲ ਦੋਮ ਦਰਜੇ ਦੇ ਨਾਗਰਿਕਾਂ ਵਾਲਾ ਵਰਤਾਓ ਕਰਨਾ ਸ਼ੁਰੂ ਕਰ ਦਿੱਤਾ, ਸਗੋਂ ਖੁਦ ਇਹਨਾਂ ਵਰਗਾਂ ਦੇ ਲੋਕ ਤੇ ਆਗੂ ਵੀ ਮਾਨਸਿਕ ਪੱਧਰ ਤੇ ਹਿੰਦੂ ਵਰਗ ਦਾ ਡਰ, ਪ੍ਰਭਾਵ ਤੇ ਛੱਪਾ ਕਬੂਲਣ ਲੱਗ ਪਏ ਸੀ। ਇਸ ਹਾਲਤ ਦਾ ਘੱਟ ਗਿਣਤੀ ਵਰਗਾਂ ਦੀ ਰਾਜਨੀਤੀ ਉੱਤੇ ਗਹਿਰਾ ਪ੍ਰਭਾਵ ਪ੍ਰਗਟ ਹੋਣ ਲੱਗਾ। ਹਿੰਦੂ ਵਰਗ ਦੇ ਆਗੂ ਇਸ ਤੱਥ ਦਾ ਘੱਟ ਗਿਣਤੀ ਵਰਗਾਂ ਨੂੰ ਯਰਕਾਉਣ ਤੇ ਲਫਾਉਣ ਲਈ ਨਿਰੰਤਰ ਇਸਤੇਮਾਲ ਕਰਦੇ ਰਹੇ ਸਨ।
ਬਹੁ ਗਿਣਤੀ ਵਰਗ ਤੇ ਇਸ ਹੈਂਕੜ ਭਰੇ ਧੱਕੜ ਰਵੱਈਏ ਦੇ ਸਨਮੁਖ ਘੱਟ ਗਿਣਤੀ ਵਰਗਾਂ ਨੂੰ ਲਗਾਤਾਰ ਲਿਫਣਾ ਤੇ ਪਿੱਛੇ ਹਟ ਜਾਣਾ ਪੈਂਦਾ ਰਿਹਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇਸ ਪਿਰਤ ਦਾ ਫਸਤਾ ਵੱਢਣ ਦਾ ਦ੍ਰਿੜ ਨਿਸ਼ਚਾ ਕਰ ਲਿਆ ਸੀ। ਸੋ ਇਸ ਭਾਗ ਲਈ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।